संतां के कारज, आप खलोया संतां के कारज। हर कम करावण आया राम। वाहिगुरू जी का खालसा श्री वाहिगुरू जी की फतेह। मत थोड़ी सेव गवाई है। ਪਾਠਕ ਪਿੱਛੇ ਪੜ੍ਹ ਚੁੱਕੇ ਹਨ ਕਿ ਬਹਾਲ ਦਾਸ ਜੀ ਕਣਕ ਦੇ ਸਿੱਟੇ ਇਕੱਠੇ ਕਰਕੇ ਸਾਫ਼ ਕਰਕੇ ਫਿਰ ਧੋ ਕੇ ਸੁਕਾ ਕੇ ਆਪ ਆਟਾ ਪੀਸ ਕੇ ਪਰੌਂਠਾ ਸੇਮੇ ਪਿੰਡ ਆਪਣੀ ਭੈਣ ਦੇ ਘਰੋਂ ਤਿਆਰ ਕਰਕੇ ਲਿਆਉਂਦੇ ਸਨ। ਇੱਕ ਦਿਨ ਬਹਾਲ ਦਾਸ ਜੀ ਕਣਕ ਸਾਫ਼ ਕਰਕੇ ਆਟਾ ਪਿਸਾਉਣ ਲਈ ਸੇਮੇ ਪਿੰਡ ਗਏ। ਉਹ ਘਰ ਹੀ ਗਏ। ਪਹਿਲਾਂ ਆਟਾ ਹੱਥ ਨਾਲ ਚੱਲਣ ਵਾਲੀਆਂ ਚੱਕੀਆਂ 'ਤੇ ਪੀਸਿਆ ਜਾਂਦਾ ਸੀ। ਅੱਜ ਕੱਲ੍ਹ ਤਾਂ ਮੋਟਰਾਂ ਜਾਂ ਇੰਜਣ ਚੱਲਦੇ ਹਨ। ਉਸ ਘਰ ਵਾਲੀ ਮਾਈ ਚੰਦ ਕੌਰ ਨੂੰ ਗੁੱਸਾ ਆਇਆ ਹੋਇਆ ਸੀ। ਮਾਈਆਂ ਦਾ ਗੁੱਸਾ ਜੇ ਕਿਸੇ ਨਾਲ ਲੜ ਕੇ ਠੰਡਾ ਨਾ ਹੋਵੇ ਤਾਂ ਹੋਰ ਪਸ਼ੂ ਨੂੰ ਕੁੱਟ ਕੇ ਜਾਂ ਕੋਈ ਚੀਜ਼ ਘਰ ਦੀ ਤੋੜ ਭੰਨ ਕੇ ਹੀ ਦੂਰ ਕਰਦੀਆਂ ਹਨ। ਜੇ ਲੜੀ ਨੂੰਹ ਨਾਲ ਹੋਵੇ ਤਾਂ ਗਾਲਾਂ ਗੁਆਂਢੀਆਂ ਨੂੰ ਕੱਢੇਗੀ, ਕਿਉਂਕਿ ਆਮ ਕਹਾਵਤ ਹੈ ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ 'ਤੇ। ਚੰਦੋ ਮਾਈ ਨੂੰ ਖਿਆਲ ਆਇਆ ਕਿ ਬਹਾਲ ਦਾਸ ਇੱਥੇ ਹੀ ਆਟਾ ਪੀਸਣ ਆਉਂਦਾ ਹੈ, ਕਿਉਂ ਨਾ ਮੈਂ ਚੱਕੀ ਨੂੰ ਹੀ ਖਰਾਬ ਕਰ ਦਿਆਂ। ਉਸਨੇ ਚੱਕੀ ਦੀ ਕਿੱਲੀ ਦੇ ਚੁਫੇਰੇ ਲੀਰਾਂ ਦੀ ਕੱਥ ਯਾਨੀ ਗੋਲ ਕਰਕੇ ਰੱਸੀ ਵੱਟ ਕੇ ਬਣਾ ਕੇ ਬੰਨ੍ਹ ਦਿੱਤੀ। ਬਹਾਲ ਦਾਸ ਜੀ ਚੱਕੀ ਕੋਲ ਆ ਗਏ ਤੇ ਆਟਾ ਪੀਸਣ ਲੱਗ ਪਏ। ਆਪ ਆਟਾ ਬਣਾਉਣ ਲਈ ਉੱਪਰੋਂ ਕਣਕ ਪਾਉਣ, ਪਰ ਕਣਕ ਦਾ ਦਲੀਆ ਜਿਹਾ ਬਣ ਜਾਵੇ, ਆਟਾ ਨਾ ਬਣੇ। ਜਦੋਂ 2-3 ਵਾਰ ਬਹਾਲ ਦਾਸ ਜੀ ਨੇ ਆਟਾ ਬਣਾਉਣ ਦੀ ਕੋਸ਼ਿਸ਼ ਕੀਤੀ, ਉਹ ਨਾ ਬਣਿਆ। ਆਪ ਨੇ ਚੰਦ ਕੌਰ ਨੂੰ ਪੁੱਛਿਆ, ਚੱਕੀ ਨੂੰ ਕੀ ਹੋ ਗਿਆ ਹੈ? ਮਾਈ ਨੇ ਗੁੱਸੇ ਵਿੱਚ ਜਵਾਬ ਦਿੱਤਾ, ਤੂੰ ਹੀ ਕੁਝ ਕਰ ਦਿੱਤਾ ਹੋਵੇਗਾ। ਬਹਾਲ ਦਾਸ ਜੀ ਨੇ ਕਿਹਾ, ਮੈਂ ਇਸ ਨੂੰ ਖਰਾਬ ਨਹੀਂ ਕੀਤਾ, ਇਹ ਪਹਿਲਾਂ ਹੀ ਖਰਾਬ ਸੀ। ਮਾਈ ਕਹਿਣ ਲੱਗੀ, ਇਹ ਤਾਂ ਇਵੇਂ ਹੀ ਪੀਸੇਗੀ, ਹੋਰ ਕਿਸੇ ਕੋਲ ਪੀਸ ਲੈ, ਕਿਉਂਕਿ ਅਜੇ ਗੁੱਸੇ ਦਾ ਭੂਤ ਸਵਾਰ ਸੀ। ਇਸ ਮਾਈ ਨੂੰ ਇਹ ਪਤਾ ਨਹੀਂ ਸੀ ਕਿ ਮੈਂ ਆਪਣੀ ਕੀਤੀ ਕਮਾਈ ਖੂਹ ਵਿੱਚ ਪਾ ਲਈ ਹੈ, ਕਿਉਂਕਿ ਇਸ ਦੀ ਹਾਲਤ ਤਾਂ ਇਹ ਸੀ ਕਿ ਜਿਵੇਂ ਲੋਹੇ ਦੀ ਤੱਤੀ ਹੋਈ ਕੋਈ ਚੀਜ਼ ਜਿਸ ਨਾਲ ਲੱਗ ਜਾਵੇ ਉਸ ਨੂੰ ਸਾੜ ਦੇਵੇਗੀ। ਇਸ ਤਰ੍ਹਾਂ ਆਦਮੀ ਦਾ ਗੁੱਸਾ ਵੀ ਤਪਦੇ ਹੋਏ ਲੋਹੇ ਦੇ ਕਿੱਲ ਵਰਗਾ ਹੁੰਦਾ ਹੈ। ਜਿਸ ਨਾਲ ਲੱਗੇਗਾ ਮਤਲਬ ਝਗੜੇਗਾ, ਉਸ ਨੂੰ ਸਾੜੇਗਾ। ਜੇ ਅੱਗ ਨਾਲ ਨਹੀਂ ਸਾੜੇਗਾ ਤਾਂ ਮਾੜੇ ਬਚਨ ਕਰੇਗਾ, ਜਿਸ ਨਾਲ ਅੱਗੇ ਖੜ੍ਹੇ ਪ੍ਰਾਣੀ ਦੇ ਮਨ ਦੀ ਕਲਪਨਾ ਵਧੇਗੀ, ਜਿਵੇਂ ਅਗਨ ਕ੍ਰੋਧ ਚੰਡਾਲ। ਬਹਾਲ ਦਾਸ ਇਹ ਕੌੜੇ ਬੋਲ ਸੁਣ ਕੇ ਘਬਰਾਏ ਨਹੀਂ। ਮਾਈ ਨੂੰ ਨਮਸਕਾਰ ਕਰਕੇ ਤੁਰ ਪਏ। ਬਾਬਾ ਜੀ ਕੋਲ ਪਹੁੰਚ ਕੇ ਸਾਰੀ ਬੀਤੀ ਸੁਣਾਈ। ਬਾਬਾ ਜੀ ਨੇ ਸੁਭਾਵਕ ਹੀ ਬਚਨ ਕੀਤਾ, ਚੰਗਾ, ਜਿਵੇਂ ਚੱਕੀ ਖਾਲੀ ਚੱਲੀ ਹੈ, ਆਟਾ ਨਹੀਂ ਬਣਿਆ, ਮਾਈ ਵੀ ਖਾਲੀ ਹੀ ਰਹੇਗੀ। ਫੇਰ ਕੀ ਹੋਣਾ ਹੈ? ਬਚਨ ਮਹਾਤਮਾ ਦਾ ਖਾਲੀ ਕਿਵੇਂ ਜਾਵੇ? ਲੱਗ ਗਿਆ ਜਿਵੇਂ ਚੂਨੇ ਵਿੱਚ ਇੱਟ। ਮਾਈ ਦੇ ਕੋਈ ਔਲਾਦ ਨਾ ਹੋਈ ਤੇ ਉਹ ਖਾਲੀ ਹੀ ਗਈ। ਮਹਾਂਪੁਰਖਾਂ ਨੂੰ ਦੁਖੀ ਕਰਨ ਵਾਲਾ ਫਿਰ ਸਜ਼ਾ ਪਾਉਂਦਾ ਹੀ ਹੈ। ਸੰਤ ਕਾ ਦੋਖੀ ਅੱਧ ਬੀਚ ਤੇ ਟੂਟੇ। ਇਹ ਪ੍ਰਸੰਗ ਸਰਦਾਰ ਝੰਡਾ ਸਿੰਘ ਜੀ ਸੇਮਾ ਤੋਂ ਮਿਲਿਆ। ਏਤਾ ਤਾਣ ਹੋਵੇ ਮਨ ਅੰਦਰ, ਕਰੀਬ ਆਖ ਕਰਾਈ। ਮਹਾਂਪੁਰਖ ਗੁਰਬਾਣੀ ਦੇ ਮਾਰ ਹੁੰਦੇ ਹੋਏ ਵੀ ਆਮ ਲੋਕਾਂ ਤੋਂ ਓਲਾ ਰੱਖਦੇ ਹਨ। ਇਸੇ ਤਰ੍ਹਾਂ ਬਾਬਾ ਜੀ ਕਈ ਵਾਰ ਗੁਟਕਾ ਲੈ ਕੇ ਪਾਠ ਕਰਨ ਲੱਗ ਜਾਂਦੇ ਸਨ। ਇੱਕ ਦਿਨ ਰੂਮੀ ਦੇ ਛੱਪੜ ਕੋਲ ਬੈਠ ਕੇ ਪਾਠ ਕਰ ਰਹੇ ਸਨ। ਲਿਵ ਲੱਗ ਗਈ। ਪਰਮਾਤਮਾ ਨਾਲ ਤੇ ਮਸਤ ਹੋ ਗਏ। ਗੁਟਕਾ ਹੱਥ ਵਿੱਚੋਂ ਨਿਕਲ ਕੇ ਜ਼ਮੀਨ 'ਤੇ ਡਿੱਗ ਪਿਆ। ਜਿਸ ਵੇਲੇ ਆਪ ਜੀ ਦੀ ਬਿਰਤੀ ਖੁੱਲ੍ਹੀ, ਉੱਠ ਕੇ ਖੜ੍ਹੇ ਹੋ ਗਏ। ਗੁਟਕੇ ਦਾ ਖਿਆਲ ਭੁੱਲ ਗਿਆ। ਭੁੱਲਣਹਾਰ ਤਾਂ ਦੁਨੀਆਦਾਰ ਹੈ।
ਰੱਬ ਦਾ ਮਿਲੇ ਹੋਏ ਸੁਆਮੀ ਕਦੇ ਭੁੱਲਦੇ ਨਹੀਂ। ਇਹ ਤਾਂ ਕਿਸੇ ਪ੍ਰੇਮੀ ਦੇ ਮਨ ਦਾ ਪਰਦਾ ਹਟਾਉਣਾ ਸੀ, ਉਸ ਦੀ ਬਿਰਤੀ ਨਾਮ ਜਪਣ ਵਿੱਚ ਲਾਉਣੀ ਸੀ। ਖਿਡਾਰੀ ਹਾਕੀ, ਕਬੱਡੀ ਜਾਂ ਟੈਨਿਸ ਖੇਡਦਾ ਹੈ, ਪਰ ਪੂਰਨ ਪੁਰਖ ਲੋਕਾਂ ਦੇ ਮਨ ਨਾਲ ਖੇਡਦੇ ਹਨ। ਕਿਸੇ ਨੂੰ ਜਿੱਤ ਲੈਂਦੇ ਹਨ ਅਤੇ ਕਿਸੇ ਨੂੰ ਆਪਣੀ ਲੀਲਾ ਦੇ ਮੈਦਾਨ ਵਿੱਚੋਂ ਕੱਢ ਦਿੰਦੇ ਹਨ। ਜਿਸ ਨੂੰ ਜਿੱਤ ਲੈਂਦੇ ਹਨ, ਫਿਰ ਉਹ ਹਾਰ ਮੰਨ ਕੇ ਚਰਨਾਂ 'ਤੇ ਢਹਿ ਪੈਂਦਾ ਹੈ, ਆਪਣਾ ਅੱਗਾ ਵੀ ਸਵਾਰ ਲੈਂਦਾ ਹੈ ਅਤੇ ਦੁਨੀਆ ਨੂੰ ਵੀ ਜਿੱਤ ਲੈਂਦਾ ਹੈ। ਮਹਿਤਾਬ ਸਿੰਘ ਪਿੰਡ ਸੇਮੇ ਆਸਨ ਕੋਲ ਦੀ ਲੰਘਿਆ। ਉਸ ਦੀ ਨਿਗਾਹ ਗੁਟਕੇ ਉੱਪਰ ਪੈ ਗਈ। ਉਸਨੇ ਗੁਟਕਾ ਚੁੱਕ ਲਿਆ, ਗੁਟਕਾ ਲੁਕਾ ਕੇ ਆਪਣੇ ਘਰ ਲੈ ਗਿਆ। ਬਾਬਾ ਜੀ ਸਭ ਜਾਣਦੇ ਸਨ। ਬਾਬਾ ਜੀ ਨੇ ਬਹਾਲ ਦਾਸ ਜੀ ਨੂੰ ਹੁਕਮ ਕੀਤਾ, ਮਹਿਤਾਬ ਸਿੰਘ ਆਪਣਾ ਗੁਟਕਾ ਲੈ ਗਿਆ ਹੈ, ਉਸ ਤੋਂ ਗੁਟਕਾ ਲੈ ਕੇ ਆਓ। ਬਹਾਲ ਦਾਸ ਜੀ ਸਤ ਬਚਨ ਕਹਿ ਕੇ ਗੁਟਕਾ ਲੈਣ ਵਾਸਤੇ ਸੇਮੇ ਪਿੰਡ ਮਹਿਤਾਬ ਸਿੰਘ ਕੋਲ ਚਲੇ ਗਏ। ਆਪ ਨੇ ਪ੍ਰੇਮੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਦਾ ਗੁਟਕਾ ਦੇ ਦਿਓ, ਪਰ ਮਹਿਤਾਬ ਸਿੰਘ ਪੈਰਾਂ 'ਤੇ ਪਾਣੀ ਨਾ ਪੈਣ ਦੇਵੇ। ਮੇਰੇ ਕੋਲ ਕੋਈ ਗੁਟਕਾ ਨਹੀਂ। ਇਹ ਬਚਨ ਸੁਣ ਕੇ ਬਹਾਲ ਦਾਸ ਜੀ ਬਾਬਾ ਜੀ ਕੋਲ ਰੂਮੀ ਆ ਪਹੁੰਚੇ। ਬਾਬਾ ਜੀ ਪਾਸ ਬੇਨਤੀ ਕੀਤੀ, ਮਹਾਰਾਜ ਉਹ ਗੁਟਕਾ ਨਹੀਂ ਦਿੰਦਾ। ਉਸਨੇ ਤਾਂ ਕਿਹਾ ਹੈ ਕਿ ਮੇਰੇ ਕੋਲ ਨਹੀਂ ਹੈ। ਬਾਬਾ ਜੀ ਨੇ ਫਰਮਾਇਆ ਕਿ ਜੇ ਉਸਨੇ ਹੁਣ ਨਹੀਂ ਦਿੱਤਾ ਤਾਂ ਆਪਣੇ ਆਪ ਲੈ ਕੇ ਆਵੇਗਾ। ਹੁਕਮ ਕੀਤਾ, ਉਸ ਦੇ ਘਰ ਜਾ ਅਤੇ ਬਿਨਾਂ ਕੁਝ ਬੋਲੇ ਵਿਹੜੇ ਵਿੱਚ ਖੜ੍ਹ ਕੇ ਹੀ ਮੁੜ ਆਉਣਾ ਹੈ। ਬਚਨ ਸੁਣ ਕੇ ਬਹਾਲ ਦਾਸ ਫਿਰ ਮਹਿਤਾਬ ਸਿੰਘ ਦੇ ਘਰ ਚਲੇ ਗਏ। ਵਿਹੜੇ ਵਿੱਚ 1 ਸੈਕਿੰਡ ਲਈ ਖੜ੍ਹੇ ਹੋ ਕੇ ਮੁੜ ਆਏ। ਆਪ ਬਾਬਾ ਜੀ ਕੋਲ ਪਹੁੰਚੇ ਹੀ ਹੋਣਗੇ ਕਿ ਮਹਿਤਾਬ ਸਿੰਘ ਦੇ ਘਰ ਦੇ ਸਾਰੇ ਘੜੇ ਟੁੱਟਣੇ ਸ਼ੁਰੂ ਹੋ ਗਏ। ਪਾਣੀ ਸਾਰਾ ਡੁੱਲ ਗਿਆ। ਮਹਿਤਾਬ ਸਿੰਘ ਨੂੰ ਘਰ ਦੇ ਸਾਰੇ ਘੜੇ ਟੁੱਟਣ ਦਾ ਕਾਰਨ ਸਮਝਣ ਵਿੱਚ ਦੇਰ ਨਾ ਲੱਗੀ। ਉਸੇ ਵੇਲੇ ਉਹ ਰੂਮੀ ਵੱਲ ਚੱਲ ਪਿਆ। ਬਾਬਾ ਜੀ ਕੋਲ ਪਹੁੰਚ ਕੇ ਚਰਨਾਂ 'ਤੇ ਢਹਿ ਪਿਆ ਅਤੇ ਗੁਟਕਾ ਅੱਗੇ ਰੱਖ ਕੇ ਕਹਿਣ ਲੱਗਾ, ਬਾਬਾ ਜੀ ਮਾਫ਼ ਕਰ ਦਿਓ, ਮੇਰੇ ਕੋਲੋਂ ਗਲਤੀ ਹੋ ਗਈ ਹੈ। ਬਾਬਾ ਜੀ ਹੱਸ ਕੇ ਕਹਿਣ ਲੱਗੇ, ਤੂੰ ਕਹਿੰਦਾ ਸੀ ਮੇਰੇ ਕੋਲ ਗੁਟਕਾ ਨਹੀਂ ਹੈ, ਇਹ ਕਿੱਥੋਂ ਆ ਗਿਆ? ਉਸ ਦਾ ਸ਼ਰਮ ਨਾਲ ਸਿਰ ਝੁਕ ਗਿਆ। ਬੇਨਤੀ ਕਰਨ ਲੱਗਾ, ਮਹਾਰਾਜ ਕਿਰਪਾ ਕਰੋ, ਘਰ ਦੇ ਸਾਰੇ ਘੜੇ ਟੁੱਟ ਗਏ ਹਨ, ਸਾਰਾ ਟੱਬਰ ਪਾਣੀ ਬਿਨਾਂ ਤੰਗ ਹੋ ਜਾਵੇਗਾ। ਪਾਣੀ ਤਾਂ ਬੜੀ ਮੁਸ਼ਕਿਲ ਨਾਲ ਮਿਲਦਾ ਹੈ। ਬਾਬਾ ਜੀ ਨੇ ਬਚਨ ਕੀਤਾ, ਚੰਗਾ ਜੋ ਹੋਣਾ ਸੀ ਹੋ ਗਿਆ ਹੈ, ਹੁਣ ਸ਼ੁੱਧ ਹੈ, ਅਤੇ ਤਾਕੀਦ ਕੀਤੀ, ਪਹਿਲੀ ਪੌੜੀ ਦਾ ਜਾਪ ਕਰਦਾ ਰਿਹਾ ਕਰ, ਘੜੇ ਨਹੀਂ ਟੁੱਟਣਗੇ। ਸੋ ਇਸ ਤਰ੍ਹਾਂ ਬਾਬਾ ਜੀ ਨੇ ਸ਼ਕਤੀ ਨਾਲ ਨਾਮ ਜਪਣ ਲਾ ਦਿੱਤਾ, ਜਿਵੇਂ ਏਤਾ ਤਾਣ ਹੋਵੇ ਮਨ ਅੰਦਰ, ਕਰ ਵੀ ਆਖ ਕਰਾਈ, ਜੇਵੜ ਸਾਹਿਬ ਤੇਵੜ ਦਾਤੀ, ਦੇ ਦੇ ਕਰੇ ਰਜਾਈ, ਨਾਨਕ ਨਦਰ ਕਰੇ ਜਿਸ ਉੱਪਰ, ਸਚ ਨਾਮ ਵਡਿਆਈ। ਇੱਕ ਵਾਰ 8ਵੇਂ ਪਾਤਸ਼ਾਹ ਸ੍ਰੀ ਹਰਿਕ੍ਰਿਸ਼ਨ ਜੀ ਮਹਾਰਾਜ ਦਿੱਲੀ ਜਾਂਦੇ ਰਸਤੇ ਵਿੱਚ ਪੰਜੋਖੜਾ ਸਾਹਿਬ ਵਿਖੇ ਠਹਿਰੇ। ਇੱਕ ਪੰਡਤ ਨੇ ਇਕੱਠ ਦੇਖ ਕੇ ਸਿੱਖਾਂ ਨੂੰ ਪੁੱਛਿਆ, ਇਹ ਕਿਸ ਤਰ੍ਹਾਂ ਦਾ ਇਕੱਠ ਹੈ? ਸਿੱਖਾਂ ਨੇ ਦੱਸਿਆ ਕਿ 8ਵੇਂ ਪਾਤਸ਼ਾਹ ਆਏ ਹਨ। ਪੰਡਤ ਨੇ ਅੱਗੇ ਹੋ ਕੇ ਦੇਖਿਆ ਤਾਂ ਪੁੱਛਣ ਲੱਗਾ, ਇਹ ਇੰਨੀ ਛੋਟੀ ਉਮਰ ਵਿੱਚ, ਇਹਨਾਂ ਦੀ ਉਮਰ ਤਾਂ ਸਾਰੀ 6-7 ਕੁ ਸਾਲ ਦੀ ਲੱਗਦੀ ਹੈ। ਕੀ ਇਹਨਾਂ ਵਿੱਚ ਕੋਈ ਸ਼ਕਤੀ ਹੈ? ਜੇ ਹੈ ਤਾਂ ਗੀਤਾ ਦੇ ਅਰਥ ਸੁਣਾਉਣ। ਇਹ ਗੱਲ ਸਿੱਖਾਂ ਨੇ ਸਤਿਗੁਰਾਂ ਕੋਲ ਪਹੁੰਚਾ ਦਿੱਤੀ। ਪਾਤਸ਼ਾਹ ਨੇ ਪੰਡਤ ਨੂੰ ਕੋਲ ਬੁਲਾ ਲਿਆ, ਬਚਨ ਕੀਤਾ, ਕੀ ਸੁਣਨਾ ਹੈ? ਪੰਡਤ ਨੇ ਕਿਹਾ, ਗੀਤਾ ਦੇ ਅਰਥ। ਪਾਤਸ਼ਾਹ ਨੇ ਸਿੱਖਾਂ ਨੂੰ ਹੁਕਮ ਕੀਤਾ, ਸੱਜੂ ਰਾਮ ਝਿਊਰ ਨੂੰ ਸੱਦ ਲਿਆਓ। ਸਿੱਖਾਂ ਨੇ ਸੱਜੂ ਨੂੰ ਸੱਦ ਲਿਆਂਦਾ। ਮਹਾਰਾਜ ਨੇ ਸੱਜੂ ਰਾਮ ਨੂੰ ਅੱਗੇ ਬਿਠਾ ਲਿਆ ਅਤੇ ਉਸ ਦੇ ਸਿਰ ਉੱਪਰ ਸੋਟੀ ਰੱਖ ਦਿੱਤੀ। ਫਿਰ ਪੰਡਤ ਨੂੰ ਕਹਿਣ ਲੱਗੇ, ਪੁੱਛੋ ਹੁਣ ਜੋ ਪੁੱਛਣਾ ਹੈ। ਸੱਜੂ ਰਾਮ ਜਵਾਬ ਦੇਵੇਗਾ। ਪੰਡਤ ਨੂੰ ਕਹਿਣ ਲੱਗੇ,
ਪੰਡਤ ਨੇ ਗੀਤਾ ਦਾ ਸ਼ਲੋਕ ਪੜ੍ਹਿਆ। ਸੱਜੂ ਰਾਮ ਨੂੰ ਅਰਥ ਕਰਨ ਲਈ ਕਿਹਾ। ਝੱਟ ਹੀ ਉਸਨੇ ਅਰਥ ਕਰ ਦਿੱਤੇ। ਪੰਡਤ ਚਰਨੀ ਢਹਿ ਪਿਆ। ਫਿਰ ਪੰਡਤ ਨੇ ਸੱਜੂ ਨਾਲ ਹੀ ਕਈ ਪ੍ਰਸ਼ਨ ਉੱਤਰ ਕੀਤੇ। ਇਸ ਤਰ੍ਹਾਂ ਸਤਿਗੁਰਾਂ ਨੇ ਪ੍ਰਤੱਖ ਦਿਖਾ ਕੇ ਪੰਡਤ ਦੇ ਭੁਲੇਖੇ ਦੂਰ ਕਰ ਦਿੱਤੇ। ਜਨ ਭਗਤਨ ਕੋ ਕਹੋ ਨ ਮਾਨੋ, ਕੀਓ ਆਪਣੋ ਪਈਐ। ਬਾਬਾ ਜੀ ਕਈ ਵਾਰ ਪਿਛਲੇ ਜਨਮਾਂ ਦੇ ਸਾਥੀ ਦੱਸਣ ਲੱਗ ਜਾਂਦੇ ਸਨ। ਕਿਰਪਾਲ ਸਿੰਘ, ਜਿਨ੍ਹਾਂ ਨੂੰ ਅਤਰ ਸਿੰਘ ਮਾਨ ਵੀ ਕਹਿ ਦਿੰਦੇ ਸਨ, ਗੋਬਿੰਦਪੁਰਾ ਪਿੰਡ ਦੇ ਵਾਸੀ ਸਨ। ਉਹ ਕਈ ਵਾਰ ਬਾਬਾ ਜੀ ਕੋਲ ਆ ਜਾਂਦੇ ਸਨ। ਇੱਕ ਦਿਨ ਬਾਬਾ ਜੀ ਨੇ ਬਚਨ ਕੀਤਾ, ਅਤਰ ਸਿੰਘ, ਪਿਛਲੇ ਜਨਮ ਵਿੱਚ ਆਪਾਂ ਦੋਵੇਂ ਭਰਾ ਸੀ। ਉਸਨੇ ਕਿਹਾ, ਮਹਾਰਾਜ ਮੈਂ ਕੀ ਜਾਣਦਾ ਹਾਂ, ਤੁਹਾਨੂੰ ਹੀ ਪਤਾ ਹੋਵੇਗਾ। ਅਤਰ ਸਿੰਘ ਬਹੁਤ ਕੰਜੂਸ ਸੀ। ਪੈਸੇ ਨੂੰ ਖਰਚਣ ਲੱਗਿਆਂ ਬੜਾ ਸੰਕੋਚ ਤੋਂ ਕੰਮ ਲੈਂਦਾ ਸੀ। ਪੁੰਨ ਦਾਨ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਰੱਖਦਾ ਸੀ। ਬਾਬਾ ਜੀ ਕੋਲ ਦਰਸ਼ਨ ਕਰਨ ਆਇਆ। ਬਾਬਾ ਜੀ ਨੇ ਬਚਨ ਕੀਤਾ, ਅਤਰ ਸਿੰਘ, ਪੁੰਨ ਦਾਨ ਵੀ ਕਰ ਲਿਆ ਕਰ, ਪੈਸੇ ਨੂੰ ਕੰਜੂਸੀ ਨਾਲ ਜੋੜਨਾ ਨਹੀਂ। ਜਿਸ ਦਿਨ ਤੇਰੇ ਕੋਲ 1 ਲੱਖ ਰੁਪਇਆ ਹੋਵੇਗਾ, ਤੂੰ ਮਰ ਜਾਵੇਂਗਾ। ਉਸਨੇ ਬਾਬਾ ਜੀ ਦਾ ਇਹ ਕਿਹਾ ਹੋਇਆ ਬਚਨ ਅਣਸੁਣਿਆ ਕਰ ਦਿੱਤਾ। ਆਪਣੀ ਆਦਤ ਮੁਤਾਬਕ ਪੈਸੇ ਦੇ ਲਾਲਚ ਲੱਗਾ ਰਿਹਾ। ਅੰਤ ਨਤੀਜਾ ਉਹੀ ਹੋਇਆ। ਜਦੋਂ ਉਸ ਕੋਲ 1 ਲੱਖ ਰੁਪਇਆ ਹੋ ਗਿਆ, ਉਹ ਬਿਮਾਰ ਹੋ ਗਿਆ। ਥੋੜ੍ਹੇ ਦਿਨਾਂ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਗਿਆ। ਪਰ ਉਹ ਕਰ ਵੀ ਕੀ ਸਕਦਾ ਸੀ, ਕਿਉਂਕਿ ਮਾਇਆ ਵਰਤਣ ਦਾ ਕਿਸੇ ਕਿਸੇ ਨੂੰ ਵੱਲ ਵੀ ਨਹੀਂ ਆਉਂਦਾ। ਜਿਵੇਂ ਇੱਕ ਕਹਾਣੀ ਹੈ ਕਿ ਕੋਈ ਸੇਠ ਮਕਾਨ ਪਾ ਰਿਹਾ ਸੀ। ਉਸਨੂੰ ਪੈਸੇ ਦੀ ਲੋੜ ਪੈ ਗਈ। ਸੇਠ ਨੇ ਆਪਣੇ ਮਿੱਤਰ ਨੂੰ ਪੁੱਛਿਆ ਕਿ ਕਿਸੇ ਕੋਲੋਂ ਪੈਸਾ ਮਿਲ ਸਕਦਾ ਹੈ। ਇੱਕ ਨੇ ਦੱਸਿਆ ਕਿ ਫਲਾਣੇ ਜੱਟ ਕੋਲੋਂ ਮਿਲ ਸਕਦਾ ਹੈ। ਸੇਠ ਉਸ ਕੋਲ ਪਹੁੰਚ ਗਿਆ। ਜਦੋਂ ਜੱਟ ਵੱਲ ਦੇਖਿਆ, ਉਸ ਨੂੰ ਪੈਸੇ ਹੋਣ ਦਾ ਯਕੀਨ ਨਾ ਆਵੇ, ਪਰ ਝਿਜਕ ਕੇ ਪੁੱਛ ਹੀ ਲਿਆ। ਅੱਗੋਂ ਜੱਟ ਨੇ ਕਿਹਾ, ਕਿਹੜੇ ਸੰਨ ਦੇ ਚਾਹੀਦੇ ਹਨ? ਸੇਠ ਇਹ ਸੁਣ ਕੇ ਹੈਰਾਨ ਹੋ ਗਿਆ। ਸੇਠ ਨੇ ਜਿਹੜੇ ਸੰਨ ਦੇ ਰੁਪਇਆਂ ਦੀ ਮੰਗ ਕੀਤੀ, ਜ਼ਿਮੀਂਦਾਰ ਨੇ ਲਿਆ ਦਿੱਤੇ। ਕੁਝ ਸਮੇਂ ਬਾਅਦ ਜੱਟ ਪੈਸੇ ਲੈਣ ਲਈ ਸੇਠ ਕੋਲ ਗਿਆ। ਕੀ ਵੇਖਦਾ ਹੈ, ਸੇਠ ਦਾ ਕਿੰਨਾ ਸੋਹਣਾ ਮਕਾਨ ਹੈ, ਕਿੰਨੀ ਸਾਹੀ ਠਾਠ ਨਾਲ ਰਹਿੰਦਾ ਹੈ। ਮਨ ਵਿੱਚ ਸੋਚਦਾ ਹੈ ਕਿ ਮੈਂ ਵੀ ਜਾ ਕੇ ਮਕਾਨ ਪਾਵਾਂਗਾ। ਇਹ ਮੇਰੇ ਕੋਲੋਂ ਵਿਆਜ ਉੱਪਰ ਪੈਸੇ ਲੈ ਕੇ ਮੌਜਾਂ ਕਰ ਰਿਹਾ ਹੈ। ਮੇਰੇ ਕੋਲ ਹੁੰਦੇ ਹੋਏ ਵੀ ਨਹੀਂ ਲਾ ਸਕਦਾ। ਘਰ ਪਹੁੰਚ ਕੇ ਆਪਣੇ ਪੁੱਤਰਾਂ ਨੂੰ ਆਵਾਜ਼ ਮਾਰਨ ਲੱਗ ਜਾਂਦਾ ਹੈ। ਜਦੋਂ ਉਹ ਨੇੜੇ ਆ ਜਾਂਦੇ ਹਨ ਤਾਂ ਪੈਸੇ ਅੱਗੇ ਸੁੱਟ ਕਹਿੰਦਾ ਹੈ, ਇੱਟਾਂ ਲਿਆਓ, ਸੀਮਟ ਲਿਆਓ, ਲੋਹਾ ਲਿਆਓ, ਲਾ ਦਿਓ ਇਹ ਸਾਰੇ ਪੈਸੇ। ਇਹ ਦੇਖ ਕੇ ਮੁੰਡੇ ਸਮਝਦੇ ਹਨ ਕਿ ਬਾਪੂ ਤਾਂ ਕੰਜੂਸ ਸੀ, ਅੱਜ ਇਸ ਨੂੰ ਕੀ ਹੋ ਗਿਆ ਹੈ, ਇਹ ਕਿਧਰੇ ਪਾਗਲ ਹੀ ਹੋ ਗਿਆ ਹੋਵੇ। ਉਹਨਾਂ ਫੜ ਕੇ ਬੁੱਢੇ ਨੂੰ ਥੰਮ ਨਾਲ ਬੰਨ੍ਹ ਦਿੱਤਾ। ਸੋ ਇਸ ਤਰ੍ਹਾਂ ਪਰਮਾਤਮਾ ਵੱਲੋਂ ਕਿਸੇ ਨੂੰ ਇਹ ਵਾਰ ਹੀ ਹੁੰਦਾ ਹੈ ਕਿ ਉਹ ਪੈਸਾ ਵਰਤ ਨਹੀਂ ਸਕਦਾ। ਇਸੇ ਤਰ੍ਹਾਂ ਹੀ ਮਹਿਤਾਬ ਸਿੰਘ ਨੇ ਬਾਬਾ ਜੀ ਦੇ ਕਹਿਣ ਅਨੁਸਾਰ ਪੁੰਨ ਦਾਨ ਨਾ ਕੀਤਾ, ਜ਼ਿੰਦਗੀ ਤੋਂ ਹੱਥ ਧੋ ਬੈਠਾ। ਨੋਟ: ਸਰਦਾਰ ਕਰਤਾਰ ਸਿੰਘ BA ਗੋਬਿੰਦਪੁਰ ਤੋਂ ਇਹ ਪ੍ਰਸੰਗ ਮਿਲਿਆ। ਜੋ ਕਿਛ ਕੀਨੋ ਸੋ ਆਪਣੇ ਰੰਗ। ਰੂਮੀ ਦੇ ਕੋਲ ਦੀ ਇੱਕ ਰਜਵਾਹਾ ਸੂਆ ਰਾਮਪੁਰਾ ਮੰਡੀ ਵਾਲੇ ਪਾਸੇ ਪੁੱਟਣਾ ਸ਼ੁਰੂ ਹੋ ਗਿਆ। ਇਸ ਦੇ ਪੁੱਟਣ ਦਾ ਠੇਕਾ ਹੋ ਗਿਆ। ਮਹਿਕਮੇ ਨੇ ਰਜਵਾਹਾ ਪੁੱਟਣ ਲਈ ਮਜ਼ਦੂਰ ਲਾਏ ਸਨ। ਗਰਮੀ ਦਾ ਮੌਸਮ ਸੀ। ਇੱਕ ਦਿਨ ਬਹੁਤ ਗਰਮੀ ਪੈ ਰਹੀ ਸੀ। ਮਜ਼ਦੂਰ ਬਹੁਤ ਵਿਆਕੁਲ ਹੋ ਰਹੇ ਸਨ। ਦੁਪਹਿਰ ਦੇ ਸਮੇਂ ਆਰਾਮ ਕਰਨ ਲਈ ਬਾਬਾ ਜੀ ਕੋਲ ਰੂਮੀ ਵਿੱਚ ਖੜ੍ਹੇ ਬ੍ਰਿਛ ਦੀ ਛਾਂ ਥੱਲੇ ਆ ਬੈਠੇ। ਬਾਬਾ ਜੀ ਨੇ ਬਚਨ ਕੀਤਾ, ਗੁਰਮੁਖੋ ਜਲ ਪਾਣੀ ਪੀ ਲਓ। ਉਹਨਾਂ ਨੂੰ ਬਾਬਾ ਜੀ ਦੇ ਘੜਿਆਂ ਵਿੱਚੋਂ ਬਹਾਦਰ ਜੀ ਨੇ ਪਾਣੀ ਪਿਲਾਇਆ। ਪਾਣੀ ਪੀ ਕੇ ਬਹੁਤ ਖੁਸ਼ ਹੋਏ। ਕਹਿਣ ਲੱਗੇ, ਮਹਾਰਾਜ ਪਾਣੀ ਅੰਮ੍ਰਿਤ ਹੀ ਹੈ। ਬਾਬਾ ਜੀ ਨੇ ਬਚਨ ਕੀਤਾ, ਤੁਸੀਂ ਗਰਮੀ ਵਿੱਚ ਔਖੇ ਹੋ ਰਹੇ ਹੋ, ਫਿਰ ਪੁੱਟ ਲੈਣਾ ਜਦੋਂ ਸਰਦੀ ਰੁੱਤ ਆ ਗਈ।
ਮਜ਼ਦੂਰਾਂ ਨੇ ਉੱਤਰ ਵਿੱਚ ਕਿਹਾ, ਬਾਬਾ ਜੀ, ਅਸੀਂ ਇਸ ਨੂੰ ਪੁੱਟਣ ਦਾ ਠੇਕਾ ਲੈ ਰੱਖਿਆ ਹੈ। ਉਸ ਦਾ ਸਮਾਂ ਬਹੁਤ ਘੱਟ ਹੈ, ਇਸ ਕਰਕੇ ਪੁੱਟਦੇ ਹਾਂ। ਪਰ ਮਹਾਰਾਜ, ਮਿੱਟੀ ਬਹੁਤ ਸਖਤ ਹੈ, ਮੁਸ਼ਕਲ ਨਾਲ ਥੋੜ੍ਹਾ ਹੀ ਥਾਂ ਪੁੱਟਿਆ ਜਾਂਦਾ ਹੈ। ਬਾਬਾ ਜੀ ਨੇ ਫਰਮਾਇਆ, 2 ਦਿਨ ਠਹਿਰ ਕੇ ਪੁੱਟ ਲੈਣਾ, ਫਿਰ ਕੀ ਹੋਵੇਗਾ। ਇੰਦਰ ਦੇਵਤੇ ਨੂੰ ਕਹਿ ਦੇਵਾਂਗੇ, 1 ਬਾਲਟੀ ਪਾਣੀ ਦੀ ਡੋਲ ਦੇਵੇਗਾ। ਬਾਬਾ ਜੀ ਨੇ ਬਚਨ ਕੀਤਾ। ਮਜ਼ਦੂਰ 2 ਦਿਨ ਆਪਣੇ ਟਿਕਾਣੇ 'ਤੇ ਚਲੇ ਗਏ। 1 ਦਿਨ ਬਾਅਦ ਮੀਂਹ ਪੈ ਹੀ ਗਿਆ, ਸਾਰੀ ਮਿੱਟੀ ਨਰਮ ਹੋ ਗਈ। ਉਹਨਾਂ ਆ ਕੇ ਦੇਖਿਆ, ਸਾਰੇ ਪਾਸੇ ਪਾਣੀ ਹੀ ਪਾਣੀ ਸੀ। ਉਹ ਬਹੁਤ ਖੁਸ਼ ਹੋਏ ਅਤੇ ਬਾਬਾ ਜੀ ਪਾਸ ਪਹੁੰਚ ਕੇ ਬੇਨਤੀ ਕੀਤੀ, ਤੁਸੀਂ ਸਾਡੇ ਉੱਪਰ ਕਿਰਪਾ ਕੀਤੀ ਹੈ, ਸਾਡੇ ਲਈ ਕੋਈ ਸੇਵਾ ਦੱਸੋ। ਬਾਬਾ ਜੀ ਨੇ ਫਰਮਾਇਆ, ਪਾਣੀ ਤੇ ਰਾਸ਼ਨ ਲਿਆਉਣ ਲਈ ਸਾਡੇ ਕੋਲ ਸੇਵਾਦਾਰ ਹੈ, ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਮਜ਼ਦੂਰਾਂ ਨੇ ਫਿਰ ਬੇਨਤੀ ਕੀਤੀ, ਮਹਾਰਾਜ ਕੋਈ ਸੇਵਾ ਦਿਓ। ਚੰਗਾ, ਫਿਰ ਸਾਡੀ ਸੇਵਾ ਇਹ ਹੈ ਕਿ ਜਿਹੜਾ ਸਿੱਖ ਹੈ ਉਹ ਵਾਹਿਗੁਰੂ ਦਾ ਜਾਪ ਕਰ ਲਿਆ ਕਰੇ, ਮੁਸਲਮਾਨ ਅੱਲਾ ਅੱਲਾ ਤੇ ਹਿੰਦੂ ਰਾਮ ਰਾਮ ਦਾ ਨਾਮ ਲੈ ਲਿਆ ਕਰੋ, ਇਹੀ ਅਸਲੀ ਸੇਵਾ ਹੈ। ਬਾਬਾ ਜੀ ਨੇ ਭਜਨ ਕੀਤਾ। ਸੋ ਇਸ ਤਰ੍ਹਾਂ ਬਾਬਾ ਜੀ ਨੇ ਉਹਨਾਂ ਨੂੰ ਪਰਮੇਸ਼ਰ ਦੇ ਗੁਣ ਗਾਉਣ ਲਾ ਦਿੱਤਾ। ਨੋਟ: ਸਰਦਾਰ ਝੰਡਾ ਸਿੰਘ ਤੋਂ ਬਚਨ ਪ੍ਰਾਪਤ ਹੋਇਆ। ਕਰਨ ਕਰਾਵਨ ਕਰਨੇ ਜੋਗ। ਗੋਬਿੰਦਪੁਰਾ ਪਿੰਡ ਦਾ ਆਸਾ ਰਾਮ ਭੁੱਚੋ ਮੰਡੀ ਤੋਂ ਆ ਰਿਹਾ ਸੀ। ਗਰਮੀ ਦਾ ਮੌਸਮ ਸੀ। ਪੈਦਲ ਜਾਣ ਲਈ ਰੂਮੀ ਦੇ ਕੋਲ ਦੀ ਰਸਤਾ ਸੀ। ਉਹ ਗਰਮੀ ਨਾਲ ਵਿਆਕੁਲ ਹੋਇਆ ਬਾਬਾ ਜੀ ਪਾਸ ਰੂਮੀ ਪਹੁੰਚ ਗਿਆ। ਬਾਬਾ ਜੀ ਕੋਲ ਪਹੁੰਚ ਕੇ ਨਮਸਕਾਰ ਕੀਤੀ ਅਤੇ ਆਰਾਮ ਕਰਨ ਲੱਗ ਪਿਆ। ਬੋਹੜ ਦੀ ਠੰਡੀ ਛਾਂ ਨਾਲ ਉਸਦੀ ਥਕਾਵਟ ਦੂਰ ਹੋ ਗਈ। ਜਦੋਂ ਕੁਝ ਸਮਾਂ ਬਾਅਦ ਆਰਾਮ ਕਰਕੇ ਤੁਰਨ ਲੱਗਾ, ਬਾਬਾ ਜੀ ਨੇ ਹੁਕਮ ਕੀਤਾ, ਭਗਤਾ, ਥੋੜ੍ਹੀ ਸੇਵਾ ਹੀ ਕਰਦਾ ਜਾ। ਆਸਾ ਰਾਮ ਨੇ ਸਤ ਬਚਨ ਕਹਿ ਕੇ ਸੇਵਾ ਪੁੱਛੀ। ਬਾਬਾ ਜੀ ਨੇ ਮਿੱਟੀ ਦੇ ਪਏ ਢੇਰ ਵੱਲ ਇਸ਼ਾਰਾ ਕਰਕੇ ਹੁਕਮ ਕੀਤਾ, ਇਸ ਨੂੰ ਚੁੱਕ ਕੇ ਉਹ ਸਾਹਮਣੇ ਟੋਏ ਕੋਲ ਸੁੱਟ ਦੇ। ਗਰਮੀ ਬਹੁਤ। ਦੁਪਹਿਰ ਦਾ ਸਮਾਂ। ਆਸਾ ਰਾਮ ਘਬਰਾ ਗਿਆ, ਪਰ ਅੰਦਰਲੇ ਡਰ ਦੇ ਮਾਰੇ ਬੱਠਲ ਯਾਨੀ ਤਸਲਾ, ਕੜਾਹੀਆਂ ਤੇ ਕਈ ਚੁੱਕ ਕੇ ਢੇਰ ਦੇ ਕੋਲ ਚਲਾ ਗਿਆ। ਉਸਨੇ ਕਈ ਨਾਲ ਬੱਠਲ ਮਿੱਟੀ ਦਾ ਭਰ ਲਿਆ ਅਤੇ ਚੁੱਕ ਲਿਆ। ਉਸਨੂੰ ਸਿਰ ਉੱਪਰ ਬੱਠਲ ਚੁੱਕੀ ਜਾਂਦੇ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਉਸਦੇ ਪਿੱਛੇ ਕਿਸੇ ਦੇ ਪੈਰਾਂ ਦੀ ਆਵਾਜ਼ ਆ ਰਹੀ ਹੋਵੇ। ਉਹ ਮਿੱਟੀ ਦੱਸੀ ਹੋਈ ਜਗ੍ਹਾ 'ਤੇ ਸੁੱਟ ਕੇ ਵਾਪਸ ਆਇਆ ਤਾਂ ਕੀ ਦੇਖਦਾ ਹੈ, ਮਿੱਟੀ ਥੋੜ੍ਹੀ ਹੀ ਬਾਕੀ ਰਹਿ ਗਈ ਹੈ। ਉਸਨੇ ਮਿੱਟੀ ਬੱਠਲ ਵਿੱਚ ਪਾ ਲਈ। ਪਹਿਲਾਂ ਦੀ ਤਰ੍ਹਾਂ ਹੀ ਮਹਿਸੂਸ ਕਰਨ ਲੱਗਾ। ਜਿਸ ਵੇਲੇ ਤੀਸਰੇ ਚੱਕਰ ਆਇਆ ਤਾਂ ਸਾਰੀ ਮਿੱਟੀ ਚੁੱਕ ਜਗ੍ਹਾ ਸਾਫ਼ ਕੀਤੀ ਪਈ ਸੀ। ਇਹ ਸਭ ਕੁਝ ਦੇਖ ਕੇ ਉਹ ਹੈਰਾਨ ਹੋ ਗਿਆ। ਬਾਬਾ ਜੀ ਕੋਲ ਆ ਕੇ ਬੇਨਤੀ ਕੀਤੀ, ਮਿੱਟੀ ਤੁਸੀਂ ਆਪ ਹੀ ਚੁਕਾ ਦਿੱਤੀ ਹੈ, ਆਪ ਤਾਂ ਪਹੁੰਚੇ ਹੋਏ ਸਾਧੂ ਹੋ। ਬਾਬਾ ਜੀ ਨੇ ਉਸ ਨੂੰ ਬਚਨ ਕੀਤਾ, ਇਹ ਗੱਲ ਅੱਗੇ ਨਾ ਕਰਨੀ ਕਿ ਅਸੀਂ ਕੀ ਹਾਂ, ਇੱਥੇ ਚੁੱਪ ਕਰ ਜਾ। ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਾਮੇ ਰਿਹਾ ਸਮਾਈ। ਸੋ ਇਸ ਤਰ੍ਹਾਂ ਆਪ ਸਭ ਕੁਝ ਕਰ ਸਕਣ ਦੀ ਸਮਰੱਥਾ ਰੱਖਦੇ ਹੋਏ ਵੀ ਚੁੱਪ ਹੀ ਰਹਿੰਦੇ ਸਨ। ਜਿਸ ਪ੍ਰਾਣੀ 'ਤੇ ਕਿਰਪਾ ਕਰਨੀ ਹੁੰਦੀ ਉਸ ਦੇ ਮਨ ਨੂੰ ਹੀ ਪ੍ਰੇਰਦੇ ਸਨ, ਬਾਕੀਆਂ ਨੂੰ ਟਾਲ ਮਟੋਲ ਕਰ ਦਿੰਦੇ ਸਨ। ਨੋਟ: ਇਹ ਪ੍ਰਸੰਗ ਸਰਦਾਰ ਕਰਤਾਰ ਸਿੰਘ ਬੀਏ ਤੋਂ ਮਿਲਿਆ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।